ਜਦੋਂ ਅਸੀਂ ਜਮ ਦਾ ਨਾਂ ਸੁਣਦੇ ਹਾਂ ਤਾਂ ਇਹ ਮਹਿਸੂਸ ਕਰਦੇ ਹਾਂ ਕਿ ਜਮ ਕੋਈ ਭਿਆਨਕ ਸ਼ਕਲਾਂ ਵਾਲੇ ਦੂਤ ਹੋਣਗੇ ਜਿਨ੍ਹਾਂ ਨਾਲ ਸਾਡਾ ਵਾਹ ਮਰਨ ਤੋਂ ਬਾਅਦ ਪੈਂਦਾ ਹੈ। ਪਰ ਇਹ ਜਮ ਇਲਾਹੀ ਹੁਕਮ ਰੂਪੀ ਸ਼ਕਤੀ ਹੀ ਜਮਾਂ ਦੇ ਕਈ ਸਰੂਪਾਂ ਵਿੱਚ ਕੰਮ ਕਰਦੀ ਹੈ। ਪਰਮਾਤਮਾ ਦੀ ਹੁਕਮ ਰੂਪੀ ਸ਼ਕਤੀ ਜਿਨ੍ਹਾਂ ਨਾਲ ਸਾਡਾ ਵਾਹ ਜਿਉਂਦੇ ਜੀ ਵੀ ਪੈਂਦਾ ਹੈ ਤੇ ਮਰਨ ਤੋਂ ਬਾਅਦ ਵੀ ਪੈਂਦਾ ਹੈ। ਸੋ ਇਹ ਕਈ ਸਰੂਪ ਜਿਹੜੇ ਜਮਾਂ ਦੇ ਹਨ ਉਹਨਾਂ ਦਾ ਜ਼ਿਕਰ ਇਸ ਲੇਖ ਵਿੱਚ ਆਇਆ ਹੈ। ਇਸ ਤੋਂ ਇਲਾਵਾ ਇੱਕ ਹੋਰ ਸਵਾਲ ਉੱਠਦਾ ਹੈ ਕਿ ਜੇ ਪਰਮਾਤਮਾ ਦੀ ਸ਼ਕਤੀ ਹੀ ਜਮਾਂ ਦਾ ਰੂਪ ਵਿੱਚ ਕੰਮ ਕਰਦੀ ਹੈ ਤਾਂ ਪਰਮਾਤਮਾ ਤਾਂ ਪ੍ਰੇਮ ਸਰੂਪ ਹੈ, ਕਿਉਂ ਉਸ ਨੂੰ ਆਪਣੀ ਸ਼ਕਤੀ ਇਸ ਰੂਪ ਵਿੱਚ ਵਰਤਣੀ ਪੈਂਦੀ ਹੈ? ਉਸ ਦਾ ਜਵਾਬ ਵੀ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਹੈ। ਤੀਸਰਾ, ਜਿਹੜੀ ਘਟਨਾ ਸਾਡੀ ਜ਼ਿੰਦਗੀ 'ਚ ਵਾਪਰਦੀ ਹੈ ਕਿ ਕਈ ਲੋਕ ਸਾਨੂੰ ਬੇਵਜ੍ਹਾ ਹੀ ਦੁਖੀ ਕਰਦੇ ਹਨ, ਸਾਡੇ ਨਾਲ ਬਦਸਲੂਕੀ ਕਰਦੇ ਹਨ, ਤਾਂ ਸਾਡੇ ਮਨ ਵਿੱਚ ਜਾਂ ਰੋਸ ਉਪਜਦੀ ਹੈ ਜਾਂ ਸ਼ਿਕਾਇਤ ਆਉਂਦੀ ਹੈ ਕਿ ਮੈਂ ਤਾਂ ਫਲਾਣੇ ਦਾ ਕੁਝ ਨਹੀਂ ਵਿਗਾੜਿਆ ਸੀ, ਪਤਾ ਨਹੀਂ ਕਿਉਂ ਉਸਨੇ ਮੇਰੇ ਨਾਲ ਇਹ ਸਲੂਕ ਕੀਤਾ। ਸੋ ਜੇ ਅੱਜ ਦੀਆਂ ਵਿਚਾਰਾਂ ਨੂੰ ਅਸੀਂ ਧਿਆਨ ਨਾਲ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਇਹਨਾਂ ਰੋਸੇ ਗਿਲੇ ਤੇ ਸ਼ਿਕਾਇਤਾਂ ਤੋਂ ਵੀ ਅਸੀਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਸੋ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਦਾ 23 ਨੰਬਰ ਲੇਖ ਜਮ ਭਾਗ ਦੂਜਾ ਆਪ ਜੀ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਪਿਆਰ ਨਾਲ ਸਰਵਣ ਕਰੀਏ। ਨਰਕ ਸੁਰਗ ਕੋਈ ਅਡਰੇ ਦੇਸ਼ ਜਾਂ ਟਾਪੂ ਨਹੀਂ ਹਨ। ਇਹ ਤਾਂ ਸਾਡੇ ਮਨ ਦੀ ਰੰਗਤ ਜਾਂ ਅੰਤਿਸ਼ਕਰਣ ਦੀ ਬਦਬੋ ਜਾਂ ਖੁਸ਼ਬੂ ਹੀ ਹੈ ਜਿਸ ਅਨੁਸਾਰ ਅਸੀਂ ਦੁੱਖ ਸੁੱਖ ਜਾਂ ਨਰਕ ਸੁਰਗ ਭੋਗਦੇ ਹਾਂ। ਗੁਰਬਾਣੀ ਵਿੱਚ ਕਈ ਐਸੇ ਲਫ਼ਜ਼ ਵਰਤੇ ਗਏ ਹਨ ਜਿਹੜੇ ਯੁੱਗਾਂ ਤੋਂ ਭਾਰਤ ਵਿੱਚ ਪ੍ਰਚਲਿਤ ਹਨ ਅਤੇ ਸਾਡੀ ਸੰਸਕ੍ਰਿਤੀ ਵਿੱਚ ਧਸ ਰਸ ਚੁੱਕੇ ਹਨ। ਕਿਸੇ ਦੇਸ਼ ਦੀ ਪ੍ਰਚਲਿਤ ਬੋਲੀ, ਕਹਾਵਤਾਂ, ਗੀਤਾਂ, ਰਹੱਸਮਈ ਕਵਿਤਾਵਾਂ ਅਤੇ ਲੋਕਾਂ ਵਿੱਚ ਯੁਗਾਂਤਰਾਂ ਤੋਂ ਪ੍ਰਵੇਸ਼ ਹੋਏ ਨਿਸ਼ਚਿਆਂ ਅਤੇ ਰਵਾਇਤਾਂ ਰਾਹੀਂ ਉਦਾਹਰਣ ਵਰਤ ਕੇ ਸੂਖਮ ਨੁਕਤਿਆਂ ਜਾਂ ਗੁੱਝੇ ਭੇਦਾਂ ਨੂੰ ਸਮਝਣ ਬੁਝਾਉਣ ਵਿੱਚ ਸਹਾਇਤਾ ਮਿਲਦੀ ਹੈ। ਭਾਰਤ ਦੀ ਜਨਤਾ ਵਿੱਚ ਜਮਕਾਲ, ਜਮਦੂਤ, ਜਮਜੰਦਾਰ, ਦੇਵੀ ਦੇਵਤੇ, ਰਾਕਸ਼, ਦੈਂਤ, ਧਰਮ ਰਾਏ, ਅਜ਼ਰਾਈਲ ਫਰਿਸ਼ਤਾ, ਧਰਮ ਰਾਏ ਦਾ ਦਫ਼ਤਰ, ਨਰਕ ਸੁਰਗ ਆਦਿ ਅਨੇਕਾਂ ਲਫ਼ਜ਼ਾਂ ਯੁੱਗਾਂ ਤੋਂ ਪ੍ਰਚਲਿਤ ਹਨ। ਇਸੇ ਕਰਕੇ ਗੁਰਬਾਣੀ ਵਿੱਚ ਸੂਖਮ ਅਤੇ ਗੁੱਝੇ ਭੇਦਾਂ ਨੂੰ ਸਮਝਾਉਣ ਲਈ ਇਹੋ ਜਿਹੇ ਪ੍ਰਚਲਿਤ ਲਫ਼ਜ਼ ਦੁਆਰਾ ਟੂਕ ਜਾਂ ਉਦਾਹਰਣ ਦਿੱਤੇ ਗਏ ਹਨ ਜਿਨ੍ਹਾਂ ਦੁਆਰਾ ਸੰਗਤਾਂ ਗੁਰਬਾਣੀ ਦੇ ਸੂਖਮ ਭੇਦਾਂ ਨੂੰ ਆਸਾਨੀ ਨਾਲ ਸਮਝ ਸਕਣ। ਅਸਲ ਵਿੱਚ ਆਤਮ ਮੰਡਲ ਦੀ ਇਲਾਹੀ ਸ਼ਕਤੀ ਹੀ ਹਰ ਪਾਸੇ ਕੰਮ ਕਰ ਰਹੀ ਹੈ ਅਤੇ ਸਾਡੇ ਇਲਾਹੀ ਹੁਕਮ ਦਾ ਹੀ ਸਭ ਪਾਸੇ ਓਤ-ਪੋਤ ਪਸਾਰਾ, ਵਰਤਾਰਾ ਅਤੇ ਖੇਲ ਅਖਾੜਾ ਹੈ। ਪਰ ਇਸ ਗੁਪਤ ਭੇਦ ਨੂੰ ਹੀ ਕੋਈ ਵਿਰਲਾ ਗੁਰਮੁਖੀ ਬੁਝਦਾ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਏ। ਕਾਲ ਬੁਰਾਖ ਹੈ, ਕਾਲ ਸਿਰ ਦੁनियाई ਹੈ, ਹੁਕਮੀ ਸਿਰ ਜੰਦਾਰ ਮਾਰੇ ਦਾਈ ਹੈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰਪੂਰਾ ਭੇਟ ਸੀ ਸੋ ਚਲੇ ਰਜਾਏ। ਤਾਂ ਕਾ ਹੁਕਮ ਨਾ ਬੂਝੈ ਬਪੜਾ, ਨਰਕ ਸੁਰਗ ਅਵਤਾਰੀ। ਹੁਕਮੇ ਅੰਦਰ ਆਇਆ ਪਿਆਰੇ, ਹੁਕਮੋ ਜਾਂਦਾ ਜਾਏ, ਹੁਕਮੇ ਬੰਦ ਚਲਾਈਐ ਪਿਆਰੇ, ਮਨਮੁਖ ਲਏ ਸਜਾਏ। ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਂਦਾ ਜਾਏ। ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੇ ਹੋਮੈ ਦੋਏ। ਹੁਕਮੇ ਪਵੇ ਭਵਾਈਐ ਪਿਆਰੇ, ਔਗੁਣ ਮੁੱਠੀ ਰੋਏ। ਹੁਕਮ ਸਿੰਜਾਪੈ ਸ਼ਾਹ ਕਾ ਪਿਆਰੇ, ਸੱਚ ਮਿਲੇ ਵਡਿਆਈ ਹੋਏ। ਸਭਨਾ ਖਸਮ ਏਕ ਹੈ, ਗੁਰਮੁਖ ਜਾਣੀਐ, ਹੁਕਮੀ ਲਿਖੈ ਸਿਰਲੇਖ ਵਿਣ ਕਲਮ ਮਸਵਾਣੀਐ। ਉੱਪਰਲੀ ਵਿਚਾਰ ਅਨੁਸਾਰ ਸਾਡੇ ਆਪਣੇ ਕਰਮ ਹੀ ਉਲਟ ਕੇ ਸਾਡੇ ਹੀ ਪੇਸ਼ ਆਉਂਦੇ ਹਨ। ਗੁਰਬਾਣੀ ਇਸ ਵਿਚਾਰ ਦੀ ਇਉਂ ਪੁਸ਼ਟੀ ਕਰਦੀ ਹੈ ਅਤੇ ਨਾਲ ਹੀ ਸਖਤ ਤਾੜਨਾ ਵੀ ਕਰਦੀ ਹੈ। ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜਿਤ ਕੀਤਾ ਪਾਈਐ ਆਪਣਾ, ਸਾ ਕਾਲ ਬੁਰੀ ਕਿਉਂ ਕਾਲੀਐ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਮਨ ਕਹਾਂ ਬਿਸਾਰਿਓ ਰਾਮ ਨਾਮ, तन बिनसै जम स्यों परे काम। पापी के मारने को पाप महाबली है। ਅਸਲ ਵਿੱਚ ਇਲਾਹੀ ਹੁਕਮ ਦੀ ਗੁਪਤ ਸ਼ਕਤੀ ਹੀ ਜਮਾਂ ਦੇ ਕਈ ਰੂਪਾਂ ਵਿੱਚ ਕੰਮ ਕਰ ਰਹੀ ਹੈ। ਜਮ ਦੇ ਕਈ ਸੂਖਮ ਅਤੇ ਗੁੱਝੇ ਸਰੂਪ ਹਨ। ਸੋ ਹੁਣ
ਕੁਝ ਸਰੂਪਾਂ ਦਾ ਜਿਹੜੇ ਜਮਾਂ ਦੇ ਸਰੂਪ ਹਨ ਇਲਾਹੀ ਹੁਕਮ ਦੁਆਰਾ ਵਰਤ ਰਹੇ ਹਨ, ਉਹਨਾਂ ਦਾ ਜ਼ਿਕਰ ਹੈ। ਪਹਿਲਾ ਹੈ ਅੰਤਸ਼ਕਰਨ ਦੀ ਆਵਾਜ਼ ਦਾ ਸਰੂਪ। ਜਦ ਅਸੀਂ ਕੋਈ ਪਾਪ ਕਰਦੇ ਹਾਂ ਤਾਂ ਸਾਡਾ ਅੰਤਸ਼ਕਰਨ, ਸਾਡੇ ਅੰਤਰਾਤਮੇ ਸਾਨੂੰ ਫਿਟਕਾਰਾਂ ਪਾਉਂਦਾ ਹੈ, ਲਾਨਤਾਂ ਮਾਰਦਾ ਹੈ ਤੇ ਅਸੀਂ ਮਾਨਸਿਕ ਕਲੇਸ਼ ਭੋਗਦੇ ਹਾਂ ਅਤੇ ਪਛਤਾਵਾ ਕਰਦੇ ਹਾਂ। ਸੋ ਅੰਤਰਾਤਮੇ ਇਹ ਮਾਨਸਿਕ ਕਲੇਸ਼ ਭੋਗਣਾ ਆਪਣੀ ਗਲਤੀ ਕਰਕੇ ਇਹ ਜਮ ਦਾ ਇੱਕ ਸਰੂਪ। ਦੂਸਰਾ, ਨੀਵੇਂ ਕਰਮ ਕਰਦਿਆਂ ਜੇ ਫੜੇ ਜਾਈਏ ਤਾਂ ਉਸੇ ਵੇਲੇ ਪੁਲਿਸ ਰੂਪੀ ਜਮ ਸਾਨੂੰ ਸਜ਼ਾ ਦਿੰਦੀ ਹੈ। ਤੀਸਰਾ, ਜੇ ਪੁਲਿਸ ਤੋਂ ਵੀ ਬਚ ਜਾਈਏ ਤਾਂ ਭਾਈਚਾਰਾ ਰੂਪੀ ਜਮ ਸਾਨੂੰ ਤਿਰਕਾਰਦਾ ਹੈ। ਚੌਥਾ, ਜੇ ਭਾਈਚਾਰੇ ਤੋਂ ਵੀ ਬਚ ਜਾਈਏ ਤਾਂ ਸਾਡੇ ਕਰਮਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ। ਧਿਆਨ ਦੇਣਾ ਜੀ, ਜੇ ਅੰਤਸ਼ਕਰਨ ਦੀ ਆਵਾਜ਼ ਵੱਲ ਵੀ ਗੌਰ ਨਾ ਕਰੀਏ, ਨੀਵੇਂ ਕਰਮਾਂ ਦੀ ਜਿਹੜੀ ਪੁਲਿਸ ਤੋਂ ਵੀ ਬਚ ਜਾਈਏ, ਭਾਈਚਾਰੇ ਤੋਂ ਵੀ ਬਚ ਜਾਈਏ, ਤਾਂ ਇਹ ਜਿਹੜੇ ਸਾਡੇ ਨੀਵੇਂ ਕਰਮ ਹਨ, ਇਹਨਾਂ ਦੀ ਹਵਾੜ ਜਾਂ ਜ਼ਹਿਰੀਲੀ ਮਾਨਸਿਕ ਅੱਗ ਸਾਡੇ ਅੰਦਰ ਸੁਲਗਦੀ ਰਹਿੰਦੀ ਹੈ, ਮਗਦੀ ਹੈ, ਜੋ ਇਕੱਤਰ ਹੋ ਕੇ ਸਮੁੱਚੇ ਕਰਮਾਂ ਦਾ ਜ਼ਹਿਰ ਜਮ ਦੇ ਸਰੂਪ ਵਿੱਚ ਫੁੱਟ ਕੇ ਬੇਅੰਤ ਮੁਸੀਬਤਾਂ ਤੇ ਕਲੇਸ਼ਾਂ ਦਾ ਕਾਰਨ ਬਣਦੀ ਹੈ। ਸੋ ਇਹ ਵੀ ਇੱਕ ਜਮ ਦਾ ਸਰੂਪ ਹੈ। ਪਰ ਜੇ ਕਿਸੇ ਤਰ੍ਹਾਂ ਇਸ ਜੀਵਨ ਵਿੱਚ ਅਸੀਂ ਆਪਣੇ ਕਰਮਾਂ ਦੇ ਨਤੀਜੇ ਤੋਂ ਬਚ ਜਾਈਏ, ਭਾਵ ਮੁਸੀਬਤਾਂ ਵੀ ਨਾ ਆਣ, ਤਾਂ ਜਾਂ ਬਕਾਇਆ ਰਹਿ ਜਾਵੇ, ਤਾਂ ਮੌਤ ਤੋਂ ਮਗਰੋਂ ਅੰਤ ਨਿਬੇਰਾ ਤੇਰੇ ਜੀ ਪੈ ਲੀਜੇ ਅਨਸਾਰ ਸੂਖਮ ਰੂਪ ਵਿੱਚ ਜਮ ਸਾਡੇ ਕਰਮਾਂ ਦੀ ਸਜ਼ਾ ਭੁਗਤਾਉਂਦਾ ਹੈ। ਹਾਂਜੀ, ਇਸ ਜਨਮਾਂ ਵਿੱਚ ਜੇ ਕਿਸੇ ਤਰੀਕੇ ਨਾਲ ਬਚ ਵੀ ਜਾਈਏ, ਪਰ ਮਰਨ ਤੋਂ ਬਾਅਦ ਸੂਖਮ ਰੂਪ ਵਿੱਚ ਸਾਨੂੰ ਇਹ ਜਮ ਸਜ਼ਾ ਭੁਗਤਾਉਂਦਾ ਹੈ। ਪਰ ਜੇ ਸਾਡੇ ਪਾਪ ਦੀਰਘ ਹੋਣ, ਇਤਨੇ ਜ਼ਿਆਦਾ ਹੋਣ, ਤਾਂ ਸਾਨੂੰ ਫਿਰ ਜੂਨੀ ਤਾਰਨੀ ਪੈਂਦੀ ਹੈ ਅਤੇ ਅਗਲੇ ਜਨਮ ਵਿੱਚ ਸਾਡੇ ਕਰਮਾਂ ਦੀ ਬਾਕੀ ਹਵਾੜ ਜਾਂ ਰੰਗਤ ਸਾਡੇ ਅੰਤਸ਼ਕਰਨ ਦੀ ਰੰਗੜ ਦੀ ਸ਼ਕਲ ਵਿੱਚ ਸਾਡੇ ਜੀਵ ਦੇ ਨਾਲ ਜਾਂਦੀ ਹੈ ਅਤੇ ਇਹ ਪਿਛਲੇ ਪਾਪਾਂ ਦੀ ਹਵਾੜ ਹੀ ਜਮ ਦੇ ਸਰੂਪ ਵਿੱਚ ਸਾਨੂੰ ਕਿਸੇ ਭਿਆਨਕ ਰੂਪ ਦੀ ਸਜ਼ਾ ਭੁਗਤਾਉਂਦੀ ਹੈ, ਤਾਂ ਕਿ ਸਾਡਾ ਪਿਛਲਾ ਬਕਾਇਆ ਸਾਫ਼ ਹੋ ਜਾਵੇ। ਬਹੁਤ ਜ਼ਿਆਦਾ ਹੋਣ ਦੇ ਕਾਰਨ ਸਾਨੂੰ ਅਗਲਾ ਜਨਮ ਤਾਰਨਾ ਪੈਂਦਾ ਹੈ, ਉਹ ਵੀ ਮੁਸੀਬਤਾਂ ਵਾਲਾ। ਇਹੋ ਕਾਰਨ ਹੈ ਕਿ ਕਈ ਨੇਕ ਅਤੇ ਗੁਰਮੁਖ ਜਨਾਂ ਨੂੰ ਵੀ ਦੁੱਖ ਕਲੇਸ਼ ਆਉਂਦੇ ਹਨ, ਤਾਂ ਕਿ ਉਹਨਾਂ ਦੇ ਪਿਛਲੇ ਕਰਮਾਂ ਦੇ ਬਕਾਏ ਦਾ ਕਰਜ਼ਾ ਨਿਬੜ ਜਾਵੇ। ਇਸ ਤੋਂ ਇਲਾਵਾ ਸਾਡੇ ਜੀਵਨ ਵਿੱਚ ਪਤੀ ਪਤਨੀ, ਮਾਂ ਬਾਪ, ਬੱਚੇ, ਦੋਸਤ ਅਤੇ ਰਿਸ਼ਤੇਦਾਰ ਆਦਿ ਪਿਛਲੇ ਕਰਮਾਂ ਦੇ ਹਿਸਾਬ ਦੇ ਬਾਕੀ ਨਿਬੇੜਨ ਲਈ ਜਾਂ ਬਦਲਾ ਲੈਣ ਲਈ ਅਨੇਕਾਂ ਸੰਬੰਧਾਂ ਦੇ ਰੂਪਾਂ ਦੁਆਰਾ ਸਾਨੂੰ ਅਤ ਦੁਖੀ ਕਰਦੇ ਹਨ ਅਤੇ ਕਲੇਸ਼ ਦਾ ਕਾਰਨ ਬਣਦੇ ਹਨ। ਇਹ ਜੋ ਕੁਝ ਹੋ ਰਿਹਾ ਹੈ, ਅਸੀਂ ਕਹਿ ਦਿੰਦੇ ਹਾਂ ਸਾਡਾ ਕੋਈ ਕਸੂਰ ਨਹੀਂ, ਇਹ ਗੱਲ ਗਲਤ ਹੈ। ਇਹ ਤਾਂ ਸਾਡੇ ਪਿਛਲੇ ਕਰਮਾਂ ਦੀ ਬਾਕੀ ਨਿਬੇੜਨ ਲਈ ਸਾਨੂੰ ਜਿਹੜੇ ਸਾਡੇ ਮਾਂ-ਬਾਪ ਜਾਂ ਪਤੀ ਪਤਨੀ ਜਾਂ ਦੋਸਤ ਰਿਸ਼ਤੇਦਾਰ ਦੁਖੀ ਕਰਦੇ ਹਨ, ਇਹ ਸਭ ਸਾਡੇ ਹੀ ਕਰਮ ਹਨ, ਜਿਨ੍ਹਾਂ ਦਾ ਹਿਸਾਬ ਪੂਰਾ ਕਰਨ ਲਈ ਇਸ ਜਨਮ ਵਿੱਚ ਸਾਨੂੰ ਬਦਲਾ ਦੇਣਾ ਪੈਂਦਾ ਹੈ। ਇੱਕ ਹੋਰ ਸਰੂਪ, ਕਿਸੇ ਹੋਣਹਾਰ ਅਬਲਾਖੀ ਰੂਹ ਦੇ ਆਤਮ ਮਾਰਗ ਵਿੱਚ ਵਿਘਨ ਪਾਵਣ, ਰੋੜਾ ਅਟਕਾਵਣ, ਕੁਰਾਹੇ ਪਾਵਣ, ਦੁੱਖ ਦੇਣ ਵਾਲੀਆਂ ਮਾਇਕੀ ਸ਼ਕਤੀਆਂ ਅਨੇਕਾਂ ਸੰਬੰਧੀਆਂ ਦੇ ਰੂਪ ਵਿੱਚ ਜਮ ਦਾ ਸਰੂਪ ਧਾਰ ਕੇ ਜਗਿਆਸੂ ਨੂੰ ਆਤਮਕ ਮੰਡਲ ਵੱਲ ਚੱਲਣ ਜਾਂ ਉਭਰਨ ਤੋਂ ਹੋੜਦੀਆਂ ਹਨ ਜਾਂ ਵਿਘਨ ਪਾਉਂਦੀਆਂ ਹਨ, ਜਿਸ ਤਰ੍ਹਾਂ ਕਿ ਅਰਣਾਕਸ਼ ਅਤੇ ਕੰਸ ਵਰਗੇ ਮਨਮੁਖ ਅਤੇ ਨਾਸਤਕ। ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ, ਇਹ ਵੀ ਸਾਡੇ ਕਰਮ ਹੀ ਹਨ ਕਿ ਸਾਡੇ ਆਤਮਕ ਮਾਰਗ ਵਿੱਚ ਸੰਬੰਧੀਆਂ ਦੇ ਰੂਪ ਵਿੱਚ ਮਾਇਕੀ ਸ਼ਕਤੀਆਂ ਆ ਕੇ ਸਾਨੂੰ ਕੁਰਾਏ ਪਾਉਂਦੀਆਂ ਹਨ। ਇਸ ਤਰ੍ਹਾਂ ਸਾਡੇ ਕਰਮ ਹੀ ਜਮ ਦੇ ਸਰੂਪ ਧਾਰ ਕੇ ਸਾਡੀ ਸੋਚ ਸੁਧਾਈ ਕਰਦੇ ਹਨ। ਅੱਜ ਕੱਲ੍ਹ ਕੰਪਿਊਟਰ ਬਣ ਗਏ ਹਨ, ਇਹ ਮਸ਼ੀਨੀ ਦਿਮਾਗ ਹਨ। ਇਹਨਾਂ ਕੰਪਿਊਟਰਾਂ ਵਿੱਚ ਜੋ ਜੋ ਨੁਕਤੇ ਲਿਖ ਕੇ ਪਾਏ ਜਾਂਦੇ ਹਨ, ਤਾਂ ਉਹਨਾਂ ਦੀ ਛਾਣਬੀਣ ਅਤੇ ਕੋਖ ਕਰਕੇ ਸਮੱਸਿਆ ਦਾ ਅੰਤਮ ਸਿੱਟਾ ਇਹ ਕੰਪਿਊਟਰ ਪ੍ਰਗਟ ਕਰਦਾ ਹੈ। ਸਾਡਾ ਅੰਤਸ਼ਕਰਨ ਵੀ ਇਲਾਹੀ ਕੰਪਿਊਟਰ ਹੈ, ਜਿਸ ਵਿੱਚ ਪਿਛਲੇ ਜਨਮਾਂ ਦੀ ਰੰਗਤ ਅਤੇ ਹੋਣ ਦੇ ਖਿਆਲਾਂ ਦੀ ਰੰਗਤ ਮਿਲ ਕੇ ਸਮੁੱਚੇ ਖਿਆਲਾਂ ਤੇ ਕਰਮਾਂ ਦਾ ਸਮੁੱਚਾ ਨਤੀਜਾ ਨਾਲੋਂ ਨਾਲ ਸਾਡੇ ਵਿੱਚ ਪ੍ਰਗਟ ਹੋਈ ਜਾਂਦਾ ਹੈ। ਇਹ ਸਮੁੱਚਾ ਨਤੀਜਾ ਇਕਸਾਰ ਨਹੀਂ ਰਹਿੰਦਾ, ਕਿਉਂਕਿ ਹਰ ਛਿਨ ਪਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦਾ ਅਸਰ ਸਾਡੇ ਮਨ ਤੇ ਪੈਂਦਾ ਹੈ ਅਤੇ ਨਾਲੋਂ ਨਾਲ ਅੰਤਸ਼ਕਰਨ ਦੀ ਸਮੁੱਚੀ ਰੰਗਤ ਵੀ ਆਪਣੇ ਆਪ ਬਦਲਦੀ ਰਹਿੰਦੀ ਹੈ ਹਰ ਇੱਕ ਖਿਆਲ ਨਾਲ।
ਸੋ ਉੱਪਰਲੀ ਵਿਚਾਰ ਤੋਂ ਸਿੱਧ ਹੋਇਆ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਅੰਤਸ਼ਕਰਣ ਨਿਰਮਲ ਹੋ ਜਾਵੇ ਅਤੇ ਅਸੀਂ ਜਮਾਂ ਤੋਂ ਬਚੇ ਰਹੀਏ, ਤਾਂ ਛਿਨ ਪਲ ਪਲ ਸਾਨੂੰ ਆਪਣੇ ਅੰਤਰਾਤਮਿਕ ਕੰਪਿਊਟਰ ਰੂਪੀ ਅੰਤਸ਼ਕਰਣ ਵਿੱਚ ਚੰਗੇ ਉੱਤਮ ਖਿਆਲਾਂ ਜਾਂ ਨਿਰਮਲ ਕਰਮਾਂ ਦੁਆਰਾ ਆਤਮਕ ਰੰਗਤ ਵਾਲੇ ਗੁਣ ਪਾਉਣੇ ਚਾਹੀਦੇ ਹਨ, ਤਾਂ ਕਿ ਸਾਡੇ ਅੰਤਸ਼ਕਰਣ ਦੀ ਰੰਗਤ ਬਦਲ ਕੇ ਸਵੱਛ ਅਤੇ ਨਿਰਮਲ ਹੁੰਦੀ ਜਾਵੇ। ਇਹ ਤਰੀਕਾ ਹੈ ਜਮਾਂ ਤੋਂ ਬਚਣ ਦਾ ਕਿ ਹਰ ਪਲ ਹਰ ਛਿਨ ਸਾਨੂੰ ਆਪਣੇ ਅੰਤਸ਼ਕਰਣ ਦੇ ਕੰਪਿਊਟਰ ਵਿੱਚ ਚੰਗੇ ਖਿਆਲ ਪਾਉਣੇ ਚਾਹੀਦੇ ਹਨ, ਤਾਂ ਕਿ ਸਾਡਾ ਅੰਤਸ਼ਕਰਣ ਨਿਰਮਲ ਹੋ ਜਾਵੇ ਤੇ ਸਾਡਾ ਕੋਈ ਬਾਕੀ ਨਾ ਰਹੇ। ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾਵੇਂ ਕੇ ਰੰਗ। ਇਹ ਅੰਤਸ਼ਕਰਣ ਦੀ ਰੰਗਤ ਹੀ ਸਾਡਾ ਚਾਲ ਚੱਲਣ, ਸੁਭਾਅ ਅਤੇ ਭਾਗ ਹਨ, ਜੋ ਸਾਡੇ ਹਰ ਇੱਕ ਨਿੱਕੇ ਤੋਂ ਨਿੱਕੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਨਾਲ ਆਪਣੇ ਆਪ ਅਣਜਾਣੇ ਹੀ ਬਦਲਦੇ ਰਹਿੰਦੇ ਹਨ, ਜਿਨ੍ਹਾਂ ਦਾ ਨਤੀਜਾ ਨਾਲੋਂ ਨਾਲ ਜਾਂ ਸਮਾਂ ਪਾ ਕੇ ਭੋਗਣਾ ਪੈਂਦਾ ਹੈ। ਹੁਣ ਦੇ ਕਰਮ ਹੀ ਅਗਲੇ ਪਲ ਵਿੱਚ ਪੂਰਵ ਕਰਮ ਬਣ ਜਾਂਦੇ ਹਨ, ਜੋ ਕਿ ਸਹਿਜੇ ਸਹਿਜੇ ਸਾਡੇ ਧੁਰ ਕਰਮ ਜਾਂ ਭਾਗ ਬਣ ਜਾਂਦੇ ਹਨ। ਹਾਂਜੀ, ਜਿਹੜੇ ਕਰਮ ਅਸੀਂ ਹੁਣ ਕਰਦੇ ਹਾਂ ਉਹ ਪੂਰਵ ਕਰਮ ਬਣ ਕੇ ਸਹਿਜੇ ਸਹਿਜੇ ਸਾਡੀ ਕਿਸਮਤ ਬਣ ਜਾਂਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ। ਇਸ ਅੰਦਰਲੇ ਰੱਬੀ ਨਿਯਮ ਅਥਵਾ ਕੰਪਿਊਟਰ ਦੀ ਕਾਰਵਾਈ ਇਲਾਹੀ ਹੁਕਮ ਅਨੁਸਾਰ ਸਹਿਜ ਸੁਭਾਏ ਅਤੇ ਅਣਜਾਣੇ ਹੀ ਹੋ ਰਹੀ ਹੈ, ਜਿਸ ਤੋਂ ਅਸੀਂ ਬੇਖਬਰ ਅਤੇ ਅਵੇਸਲੇ ਹਾਂ। ਮਸ਼ੀਨੀ ਕੰਪਿਊਟਰ ਵਿੱਚ ਆંકੜੇ ਦੇਣ ਵਿੱਚ ਤਾਂ ਸਾਡੀ ਉਕਾਈ ਜਾਂ ਗਲਤੀ ਹੋ ਸਕਦੀ ਹੈ, ਜਿਸ ਕਾਰਨ ਨਤੀਜਾ ਵੀ ਗਲਤ ਹੋ ਸਕਦਾ ਹੈ, ਪਰ ਅੰਤਸ਼ਕਰਣ ਦੇ ਇਲਾਹੀ ਕੰਪਿਊਟਰ ਵਿੱਚ ਕਦੇ ਉਕਾਈ ਜਾਂ ਗਲਤੀ ਨਹੀਂ ਹੋ ਸਕਦੀ। ਧਿਆਨ ਦੇਣਾ ਜੀ, ਜਿਹੜਾ ਅੰਤਸ਼ਕਰਣ ਦਾ ਸਾਡਾ ਕੰਪਿਊਟਰ ਹੈ, ਇਸ ਵਿੱਚ ਕਦੇ ਵੀ ਕੋਈ ਉਕਾਈ ਜਾਂ ਗਲਤੀ ਹੋਣ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਹ ਅਪੁੱਲ ਇਲਾਹੀ ਖੇਲ ਹੈ ਜੋ ਅੰਤਰ ਆਤਮੇ ਆਪੇ ਹੀ ਸਹਿਜ ਸੁਭਾਈ ਹੋ ਰਹੀ ਹੈ। ਇਸ ਤਰ੍ਹਾਂ ਚੰਗਾ ਜਾਂ ਮਾੜਾ ਭਾਗ ਨਾਲੋਂ ਨਾਲ ਸਾਡੇ ਹਰ ਇੱਕ ਖਿਆਲ ਜਾਂ ਕਰਮ ਦੁਆਰਾ ਬਣਦਾ ਰਹਿੰਦਾ ਹੈ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ। ਇਹ ਸਾਰੀ ਗੁਪਤ ਇਲਾਹੀ ਪੈਰਵੀ ਜਾਂ ਕਾਰਵਾਈ ਹੁਕਮ ਅਨਸਾਰ ਹੋ ਰਹੀ ਹੈ, ਜੋ ਸੱਚੋ ਸੱਚ ਅਤੇ ਧਰਮ ਨਿਆਏ ਹੈ। ਇਸ ਲਈ ਸਾਡੇ ਦੁੱਖ ਸੁੱਖ ਕਲੇਸ਼, ਸਾਡੀ ਕਿਸਮਤ ਜਾਂ ਭਾਗ ਸਾਡੇ ਆਪਣੇ ਹੀ ਸਹੇੜੇ ਹੋਏ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਵਰਜਨਾ। ਜਿਹੋ ਜਿਹੇ ਖਿਆਲ ਅਸੀਂ ਅੰਤਸ਼ਕਰਣ ਵਿੱਚ ਪਾਵਾਂਗੇ, ਉਹ ਜੇ ਨਤੀਜੇ ਹੀ ਸਾਨੂੰ ਭੁਗਤਣੇ ਪੈਂਦੇ ਹਨ। ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਉੱਪਰਲੀ ਵਿਚਾਰ ਦਾ ਨਿਖੇੜਵਾਂ ਨਿਚੋੜ ਇਹ ਹੋ ਸਕਦਾ ਹੈ ਕਿ ਸਾਡਾ ਅੰਤਸ਼ਕਰਣ ਹੀ ਗੁਪਤ ਪੁਲਿਸ ਕਚਹਿਰੀ ਅਤੇ ਜੱਜ ਹੈ। ਇਸ ਵਿੱਚੋਂ ਜੋ ਹਵਾੜ ਜਾਂ ਬਦਬੂ ਨਿਕਲਦੀ ਹੈ, ਉਹੀ ਫੈਸਲਾ ਹੈ। ਇਸ ਬਦਬੂ ਅਨਸਾਰ ਸਾਨੂੰ ਸਜ਼ਾ ਭੁਗਤਣੀ ਪੈਂਦੀ ਹੈ, ਤੇ ਸਾਡੇ ਅੰਤਸ਼ਕਰਣ ਦੀ ਇਹ ਹਵਾੜ ਜਾਂ ਬਦਬੂ ਹੀ ਜਮ ਰੂਪ ਹੈ। ਅੰਤਸ਼ਕਰਣ ਦੀ ਸਮੁੱਚੀ ਰੰਗਤ ਹੀ ਸਾਡਾ ਸੁਭਾਅ, ਚਾਲ ਚੱਲਣ ਜਾਂ ਭਾਗ ਹੈ। ਸਾਡੇ ਭਾਗ ਸਾਡੇ ਮਾੜੇ ਖਿਆਲਾਂ ਜਾਂ ਕਰਮਾਂ ਅਨਸਾਰ ਨਾਲੋਂ ਨਾਲ ਬਦਲਦੇ ਰਹਿੰਦੇ ਹਨ। ਚੰਗੇ ਉੱਤਮ ਖਿਆਲਾਂ ਜਾਂ ਕਰਮਾਂ ਦੁਆਰਾ ਅਸੀਂ ਆਪਣੇ ਭਾਗ ਚੰਗੇ ਬਣਾ ਸਕਦੇ ਹਾਂ ਅਤੇ ਜਮਾਂ ਦੀ ਸਜ਼ਾ ਤੋਂ ਬਚ ਸਕਦੇ ਹਾਂ। ਇਹ ਸਾਰੀ ਇਲਾਹੀ ਹੁਕਮ ਦੀ ਖੇਲ ਅੰਤਰਾਤਮੇ ਅਦ੍ਰਿਸ਼ਟ ਅਤੇ ਗੁਪਤ ਵਰਤ ਰਹੀ ਹੈ। ਪੁਲਿਸ ਕਚਹਿਰੀਆਂ ਅਤੇ ਜੇਲਾਂ ਇਸ ਲਈ ਬਣਾਈਆਂ ਗਈਆਂ ਹਨ ਕਿ ਇਹਨਾਂ ਦੇ ਭੈ ਵਿੱਚ ਅਸੀਂ ਮਾੜੇ ਕਰਮਾਂ ਤੋਂ ਬਚੇ ਰਹੀਏ, ਅਤੇ ਗਲਤੀ ਹੋ ਵੀ ਜਾਵੇ ਤਾਂ ਉਸ ਦੀ ਸਜ਼ਾ ਭੁਗਤ ਕੇ ਸਾਡੀ ਸੋਚ ਸੁਧਾਈ ਹੋ ਜਾਵੇ, ਤਾਂ ਕਿ ਅਸੀਂ ਫਿਰ ਮਾੜੇ ਕਰਮਾਂ ਤੋਂ ਸੰਕੋਚ ਕਰੀਏ। ਇਸ ਤਰ੍ਹਾਂ ਇਹ ਸਾਰਾ ਜਮਾਂ ਦਾ ਸਿਲਸਿਲਾ ਅੰਤਰੀਵ ਤੌਰ ਤੇ ਸਾਡੇ ਲਈ ਲਾਭਵੰਦ ਹੈ, ਫਾਇਦੇਮੰਦ ਹੈ ਅਤੇ ਸਾਡੀ ਭਲਾਈ ਲਈ ਹੈ, ਕਿਉਂਕਿ ਇਹ ਸਾਨੂੰ ਮਾੜੇ ਕਰਮਾਂ ਤੋਂ ਹੋੜਦਾ ਹੈ ਤੇ ਜਮਾਂ ਦੇ ਠੇਂਗੇ ਤੋਂ ਬਚਾਉਂਦਾ ਹੈ। ਜਿਵੇਂ ਮਾਂ-ਬਾਪ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਹਨ, ਪਰ ਜਦ ਬੱਚਾ ਮਾਂ-ਬਾਪ ਦੀ ਭੈ ਭਾਵਨੀ ਤੋਂ ਬਾਹਰ ਹੋ ਕੇ ਆਪਣੀ ਮਨਮਰਜ਼ੀ ਕਰਦਾ ਹੈ, ਤਾਂ ਮਾਂ-ਬਾਪ ਹੀ ਬੱਚੇ ਨੂੰ ਸੋਧਣ ਲਈ ਸਜ਼ਾ ਵੀ ਦਿੰਦੇ ਹਨ। ਇਸ ਸਖਤੀ ਜਾਂ ਸਜ਼ਾ ਦੇ ਪਿਛੋਕੜ ਵਿੱਚ ਮਾਂ-ਬਾਪ ਦੇ ਅੰਤਰਾਤਮੇ ਹਿਰਦੇ ਵਿੱਚ ਬੱਚੇ ਦਾ ਅਤ ਡੂੰਘਾ ਤੇ ਨਿੱਘਾ ਪਿਆਰ ਹੁੰਦਾ ਹੈ। ਬੱਚੇ ਨੂੰ ਸੋਧਣ ਅਤੇ ਉਹਨਾਂ ਨੂੰ ਵਿਗੜਨ ਤੋਂ ਬਚਾਉਣ ਲਈ ਹੀ ਮਾਂ-ਬਾਪ ਨੂੰ ਆਪਣੇ ਪਿਆਰੇ ਬੱਚੇ ਉੱਤੇ ਸਖਤੀ ਵੀ ਕਰਨੀ ਪੈਂਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਾਡੇ ਇਲਾਹੀ ਮਾਂ-ਬਾਪ ਅਕਾਲ ਪੁਰਖ ਨੂੰ ਵੀ ਆਪਣੀ ਵਿਗੜੇ ਤਿਗੜੇ ਭੁੱਲੇ ਪਟ ਕੇ ਅਤੇ ਬਾਗੀ ਬੱਚਿਆਂ ਦੀ ਸੋਚ ਸੁਧਾਈ ਅਤੇ ਕਢਾਈ ਲਈ ਆਪਣੀ ਹੁਕਮ ਰੂਪੀ ਸ਼ਕਤੀ ਨੂੰ ਸਾਡੇ ਕਰਮਾਂ ਅਨੁਸਾਰ ਜਮਾਂ ਦੇ ਕਈ ਰੂਪਾਂ ਵਿੱਚ ਵਰਤਣਾ ਪੈਂਦਾ ਹੈ।
इस तरह इस इलाही हुक्म दे खेल अखाड़े दे पिछोकड़ विच अत प्रीतम प्रेम पुरख दा साडे भुल्लड़ जीवां लई गुज्जी शक्ल विच अत डूंगा अते निग्गा प्यार कई रूपां रंगा रेखां अते चोज विडानी विच वरतदा रहिंदा है। हाँ जी, मां बाप जदों बच्चे नूं मारदे भी हन तां सज़ा दे पिछे भी प्यार हुंदा है। परमात्मा दी ए इलाही शक्ति जमा दे रूप विच काम भी करदी है, पर इस दे पिछे अत डूंगा ते निगा प्यार है साडे प्रति परमात्मा दे अंदर। पर असी क्योंकि ये जम रूपी दुख दारू होके साडा भला करदा है, पर असी सदा शिकायतां अते रोस ही करदे रहंदे हां। तुम करो भला हम भलो न जाने, तुम सदा सदा दयाल। असी नीवें अते पैड़े कर्मां द्वारा जमा दे वस पैंदे हां। ध्यान देना जी, असी नीवें अते पैड़े कर्मां द्वारा जमा दे वस पैंदे हां। नीवें कर्म साडियां नीवियां रुचियां तो प्रगट होंदे हन। नीवियां रुचियां साडे अंतशकरण दी रंगत अते बाहरली कुसंगत तो बनदियां हन। अंतशकरण साडे पिछले कर्मां ते ख्यालां अनुसार बनदा है। नीवें ख्याल जां कर्म होमे दे अनेर विचों पुजदे ते पलदे हन ते होमे त्रैगुणी मायकी मंडल दा परम भुलावा है। माया अकाल पुरख दी गैर हाजरी जां भुल तो पुजदी है। इसलिए अकाल पुरख दी भुल ही यानी परमात्मा नूं भुलना ही जमा दे वस पैण दा मुढ़ला कारण है। बुनियाद यह है। होमे दे परम दे हनेर विच ही जमा दी उत्पत्ति होंदी है। नाम दी रोशनी नाल ही यह होमे दे परम दा हनेर दूर हो सकदा है। जिथे होमे है उथे नाम दा प्रकाश नहीं हो सकदा। होमे नामे नाल विरोध है, दोए न वसे एक ठाए। परमेश्वर तो भुलना जां बेमुख होना ही जमा दे वस पैना है। परमेश्वर ते भुलियां व्यापन सभे रोग, वेमुख होए राम ते लगन जन्म विजोग। तू विसरै तां सबको लागू, चीत आवे तां सेवा। पर में पूला फिरै संसार, मर जन्मै जम करे ख्वार। साकत हर रसाद न जाने, तिन अंतर होमे कंडा है। ज्यों ज्यों चले चुबह दुख पावे, जमकाल सह सिर डंडा है। माया मोह प्रेत है, काम क्रोध हंकारा, ये जम की सरकार है। इना ऊपर जम का दंड करारा। मनमुख जम मग पाइयन, जिन दूजा पाओ प्यारा। जमपुर बदे मारियन, को ना सुने पुकारा। गुरबाणी विच जमा दी बाबत बयान ताड़ना अते उपदेशां नूं समझण अते ग्रहण करन तो पहला हेठ लिखे नुक्तियां नूं दोबारा दोहरावण अते दृढ़ करन दी लोड़ है। पहला, जो मैं किया सो मैं पाया दा अटल असूल सिर्फ त्रैगुणी मंडल विच ही लागू होंदा है, क्योंकि त्रैगुणी मायकी मंडल विच ही द्वितीय भाव वरतदा है, जिस विच इलाही इकसारता ते सहज दी बजाए हर एक तत्त दी जोड़ी अथवा द्वितीय भाव कम करदा है। जिस तरह के चानण दे नाल हनेरा है, पुन है तां पाप है, गुण है तां नाल अवगुण भी हन, सुख है तां दुख है, सुरग दे नाल नरक है, देवतियां दे नाल जम है, प्यार है, किरना है, ठंडा तत्ता। सो इस द्वितीय भाव विचों निकल के ही असी जमा तो बच सकते हैं। ध्यान देना जी, ये जो साढ़े कर्मां दी सजा है, जो मैं किया सो मैं पाया, ये त्रैगुणी मायकी मंडल विच लागू है। इत्थे सहज नहीं, एकसारता नहीं, इत्थे द्वितीय भाव कम करदा है इस मंडल विच। सो इस मायकी मंडल विचों निकल के, इस द्वितीय भाव वाले मंडल विचों निकल के ही असी जमा तो बच सकते हैं। ते केड़े मंडल विच जाना है? इलाही मंडल विच, क्योंकि सूखम इलाही मंडल विच ना कोई पाप होंदा है ते ना जम दी लोड़ है। उत्थे तां इक्को एक परमेश्वर ही भरपूर होके सब थाई वरत रहा है। किसनू कहिए नानका, सब किछ आपे आप, आपे रसिया आप रस, आपे रावण हार, आपे होवे चोलड़ा, आपे सेज पतार। असी वासी इलाही मंडल दे हां, पर होमे दे परम भुलावे द्वारा ही असी इलाही मंडल विचों फिसल के त्रैगुणी मायकी मंडल विच प्रवेश करते हाँ। होमे दे परम भुलावे द्वारा ते त्रैगुणी मायकी मंडल विच आके फिर जेव जी संगत करते हैं अपने ते अपने मन की रंगत अनुसार असी कर्म करते ते नतीजे भोगते हाँ। इसलिए साडा मन ही असली मुजरिम जां दोषी है, शरीर नहीं। पर शरीर नूं भी नाल ही सजा भुगतनी पैंदी है, क्योंकि शरीर नीवें मन की कुसंगत करता है। मन साड़ी अपनी रंगत अनुसार कोई फुरना उपजाउंदा है,
ਫਿਰ ਸਰੀਰ ਉਸ ਦਾ ਹਥਿਆਰ ਬਣ ਕੇ ਉਸ ਫੁਰਨੇ ਨੂੰ ਸਾਕਾਰ ਕਰਦਾ ਹੈ। ਇਸ ਲਈ ਅਸਲੀ ਦੋਸ਼ੀ ਤਾਂ ਮਨ ਹੀ ਹੈ, ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ, ਕਿਉਂਕਿ ਮਨ ਦੀ ਕੁਸੰਗਤ ਕਰਕੇ ਉਸ ਦਾ ਹਥਿਆਰ ਬਣਦਾ ਹੈ ਸਰੀਰ। ਸੋ ਨੀਵੇਂ ਕਰਮਾਂ ਜਾਂ ਪਾਪਾਂ ਦੁਆਰਾ ਹੀ ਅਸੀਂ ਜਮਾਂ ਦੇ ਵਸ ਪੈਂਦੇ ਹਾਂ ਅਤੇ ਸਜ਼ਾ ਭੁਗਤਦੇ ਹਾਂ, ਤੇ ਆਪਣੀਆਂ ਨੀਵੀਆਂ ਮਾਇਕੀ ਰੁਚੀਆਂ ਨਾਲ ਮੋਹ ਮਾਇਆ ਵਿੱਚ ਫਸ ਕੇ ਹੀ ਅਸੀਂ ਅਕਾਲ ਪੁਰਖ ਨੂੰ ਭੁੱਲਦੇ ਹਾਂ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਬਿਤਾਵੇ। ਮੇਰੇ ਮਨ ਨਾਮ ਬਿਨਾ ਜੋ ਦੂਜੇ ਲਾਗੇ, ਤੇ ਸਾਕਤ ਨਰ ਜਮ ਕੁਟੀਏ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਪਰਮੇਸ਼ਰ ਦੇ ਭੁੱਲਣ ਨਾਲ ਹੀ ਜਮਾਂ ਦੇ ਵਸ ਪਈਦਾ ਹੈ। ਨਾਮ ਵਿਸਾਰ ਸਹਿ ਜਮ ਦੁਖ, ਭਰਮੇ ਪੂਲਾ ਫਿਰੈ ਸੰਸਾਰ। ਮਰ ਜਨਮੈ ਜਮ ਕਰੇ ਖੁਆਰ, ਜਿਸ ਖਸਮ न आवे चित, तिस जम दंड दे। मन कहाँ बिसारियो राम नाम, तन बिन सै जम स्यों परे काम। जिनी नाम विसारिया, बहु कर्म कमावे होर। नानक जमपुर बदे मारिए, जो सन्नी उपर चोर। सो जमा तो बचण दा ਇੱਕੋ ਇੱਕ ਸਾਧਨ ਇਹ ਹੈ ਕਿ ਅਸੀਂ ਫਿਰ ਅਕਾਲ ਪੁਰਖ ਦੀ ਭੁੱਲ ਵਿੱਚੋਂ ਨਿਕਲ ਕੇ ਯਾਦ ਵਿੱਚ ਆ ਜਾਈਏ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ, ਹਰ ਹਰ ਨਾਮ ਜਪੰਤਿਆਂ ਕਛ ਨਾ ਕਹੇ ਜਮਕਾਲ। ਨਾਮ ਲੈਤ ਜਮ ਨੇੜ ਨਾ ਆਵੇ। ਸੋ ਪਰਮਾਤਮਾ ਦੀ ਯਾਦ ਵਿੱਚ ਆਉਣ ਲਈ ਗੁਰੂ ਬਾਬੇ ਨੇ ਸਾਨੂੰ ਬੜੀ ਸੌਖੀ ਜੁਗਤ ਦੱਸੀ ਹੈ। ਮਿਲ ਸਾਧ ਸੰਗਤ ਭਜ ਕੇਵਲ ਨਾਮ। हर हर नाम जपो मिन मेरे, जित सिमरत सब किल विख पाप लहाती। सिमरो सिमर सिमर सुख पावो, कल कलेश तन माए मिटावो। प्रभ का सिमरन साध कै संग, उठत बैठत सोवत नाम। कौ नानक जन कै सद काम। कवन संजोग मिलो प्रभ अपने, पल पल निमुख सदा हर जपने। एक तिहाई है साध कै संग, पाप विनाश है ਨਾਮ ਕੈ ਰੰਗ। ਗੁਰਬਾਣੀ ਵਿੱਚ ਜਮਾਂ ਦੀ ਬਾਬਤ ਸਾਨੂੰ ਇਸ ਤਰ੍ਹਾਂ ਤਾੜਨਾ ਕੀਤੀ ਗਈ ਹੈ। ਮਾਇਆ ਮੋਹਰ ਚੇਤੈ ਨਾਈ, ਜਮਪੁਰ ਬੱਧਾ ਦੁਖ ਸਹਾਈ। ਜਿਤ ਦਿਨ ਦੇ ਬਿਨਸੀ, ਤਿਤ ਵੇਲੇ ਕਹਿਸਨ ਪ੍ਰੇਤ। ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਛੱਡ ਖੜੋਤੈ ਖਿਨੈ ਮਾਏ, ਜਿਨ ਸਿਉ ਲੱਗਾ ਹੇਤ। ਹੱਥ ਮਰੋੜੈ ਤਨ ਕਪੈ, ਸਿਆਉ ਹੋਵਾ ਸੇਤ। ਜਿਹਾ ਬੀਜੈ ਸੋਲਣੈ, कर्मा संदड़ा खेत। सात जनाते बाहरी, से रहन इकेलड़िया। ध्यान देना जी, सात जनाते बाहरी, से रहन इकेलड़िया। तिन दुख न कबहू उतरे, से जम के वस पड़ी। हर का नाम जिन मन न अरादा, चोर की न्याय जमपुर बादा। जमपुर कोर अंधार महा गुबार, न तिथै भैण न पाई। नानक नामों कुथिया, हालत पलत सब जाए। जब तब संजम सब हिर लिया, मुट्ठी दूजे पाए। जम दर बदे मारिए, बहुत ही मिले सजाए। पाखंड कीने जम नहीं छोड़े, ले जासी पत गवाई। साकत जम की कान न चूके, जम का डंड न कबहू मूके। मन मुख निंदा कर कर विगुता, अंतर लोभ भौंके जिस कुत्ता। जमकाल तिस कदे न छोड़े, अंत गया पछताई है। मनमुख फिरे सदा अंध कमावे, जम का जेवड़ा गलफाहा है। दिसंतर पवे अंतर नहीं पाले, माया मोह बदा जम काले। जम की फांसी कबू न टूटे, दूजे पाए परमाइंदा। होमे करदियां जन्म गवाया, आगे मोह न चूके माया। अगे जमकाल लेखा लेवे, ज्यों तिल काणी पीड़ाएंदा। बिन नामे मनमुख जमपुर जाए, औखे होवें चोटां खाए। मन कहाँ बिसारियो राम नाम, तन बिन सै जम स्यों परे काम। हर का सिमर निमुख न सिमरियो, जम कंकर करत खुआर। पुत्र कलितर मोह हेत है, सब दुख सबाया। पुत्र कलितर मोह हेत है, सब दुख सबाया। जमपुर बदे मारिए परमै परमाया। कबीर जम का ठेंगा बुरा है, वो नहीं सया जाए। एक जो साधु मोहे मिलियो, तिन लिया अंचल लाए। गुरबाणी विच गुरु साहिबां ने जमा तो बचण लई अते साडी कल्याण लई बड़े सौखे अते सरल साधन दसे हन।
ਪਹਿਲਾ ਤਾਂ ਹੈ ਸਿਮਰਨ। ਗੁਰਬਾਣੀ ਵਿੱਚ ਜਮਾਂ ਤੋਂ ਬਚਣ ਲਈ ਸਿਮਰਨ ਦਾ ਉੱਚਾ ਸੁੱਚਾ ਸਾਧਨ ਇਉਂ ਬਿਆਨ ਕੀਤਾ ਗਿਆ ਹੈ। ਜਿਸ ਸਿਮਰਤ ਦੁਖ ਡੇਰਾ ਟਹੈ, ਜਿਸ ਸਿਮਰਤ ਜਮ ਕਿਛ ਨ ਕਹੈ। ਜਮਕਾਲ ਤਿਨ ਕੋ ਲਾਗੈ ਨਾਹੀ, ਜੋ ਇੱਕ ਮਨ ਤੇ ਆਵੇ। ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੈ ਗੋਪਾਲ। ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੇ। ਰਵਦਾਸ ਜਪੈ ਰਾਮ ਨਾਮਾ, ਮੋਏ ਜਮ ਸਿਓ ਨਾਹੀ ਕਾਮਾ। ਸਿਮਰ ਸਿਮਰ ਸੁਆਮੀ ਪ੍ਰਭ ਆਪਣਾ, ਨਿਕਟ ਨਾ ਆਵੇ ਜਾਮ। ਹਰ ਅਰਾਧੇ ਜਮ ਪੰਥ ਸਾਧੇ, ਦੁਖ ਨਾ ਵਿਆਪੈ ਕੋਈ। ਕਹੋ ਨਾਨਕ ਜਪੈ ਜਨ ਨਾਮ, ਤਾਂ ਕੇ ਨਿਕਟ ਨਾ ਆਵੇ ਜਾਮ। ਹਰ ਸਿਮਰਤ ਜਮ ਕਛ ਨਾ ਕਹੇ, ਨਾਮ ਲੈਤ ਜਮ ਨੇੜ ਨਾ ਆਵੇ। ਕਹੋ ਨਾਨਕ ਭਜ ਹਰ ਮਨਾ, ਪਰੈ ਨਾ ਜਮ ਕੀ ਫਾਸ। ਦੂਸਰਾ ਸਾਧਨ ਜਮਾਂ ਤੋਂ ਬਚਣ ਦਾ ਸੰਗਤ, ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਅਥਵਾ ਸਤ ਸੰਗਤ ਵੀ ਜਮਾਂ ਤੋਂ ਬਚਣ ਦਾ ਇੱਕ ਸੌਖਾ ਸਾਧਨ ਹੈ। ਸੰਤਾ ਸੰਗਤ ਪਾਈਐ, ਜਿਤ ਜਮ ਕੇ ਪੰਥ ਨ ਜਾਈਏ। ਪੇਟਤ ਸਾਧੂ ਸੰਗ, ਜਮਪੁਰ ਨਹਿ ਜਾਈਏ। ਅਨਾਥਾ ਨਾਥ ਭਗਤ ਪੈ ਮੇਟਨ, ਸਾਧ ਸੰਗ ਜਮਦੂਤ ਨਾ ਪੇਟਨ। ਸੰਤ ਮੰਡਲ ਮੈਂ ਜਮ ਕਿਛ ਨਾ ਕਹੇ। ਤੀਸਰਾ ਸਾਧਨ ਜਮਾਂ ਤੋਂ ਬਚਣ ਦਾ ਕੀਰਤਨ ਅਥਵਾ ਹਰੀ ਦੇ ਗੁਣ ਗਾਵਣ ਨਾਲ ਵੀ ਜਮਾਂ ਤੋਂ ਛੁਟਕਾਰਾ ਹੋ ਸਕਦਾ ਹੈ। ਸਾਧ ਸੰਗ ਕੀਰਤਨ ਫਲ ਪਾਇਆ, ਜਮ ਕਾ ਮਾਰਗ ਦ੍ਰਿਸ਼ ਨਾ ਆਇਆ। ਜੋ ਤੁਧ ਸੱਚ ਸਲਾਏ ਦੇ, ਤਿਨ ਜਮ ਕੰਕਰ ਨੇੜ ਨਾ ਆਵੇ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਪਾਗੇ। ਜਮਦੂਤ ਤਿਸ ਨਿਕਟ ਨਾ ਆਵੇ, ਸਾਧ ਸੰਗ ਹਰ ਕੀਰਤਨ ਗਾਵੇ। ਨਾਨਕ ਜਨ ਹਰ ਕੀਰਤ ਗਾਈ, ਛੂਟ ਗयो ਜਮ ਕਾ ਸਭ ਸ਼ੋਰ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕਹਿਤਾ। ਚੌਥਾ ਸਾਧਨ ਸੇਵਾ। ਸਤਿਗੁਰੂ ਦੀ ਸੇਵਾ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਧਿਆਨ ਦੇਣਾ ਜੀ, ਸਤਿਗੁਰੂ ਦੀ ਸੇਵਾ ਵੀ ਜਮਾਂ ਤੋਂ ਬਚਣ ਦਾ ਉੱਤਮ ਸਾਧਨ ਹੈ। ਪ੍ਰਭ ਸੇਵਾ ਜਮ ਲਗੇ ਨਾ ਨੇਰੇ, ਕਰ ਕਿਰਪਾ ਟਹਿਲ ਅਰ ਲਾਇਓ। ਤਉ ਜਮ ਛੋਡੀ ਮੋਰੀ ਲਾਗ। ਜਿਨੀ ਸਤਿਗੁਰ ਸੇਵਿਆ, ਤਾਣ ਨਿਤਾਣੈ ਤਿਸ। ਸਾਸ ਗਿਰਾ ਸਦਾ ਮਨ ਵਸੈ, ਜਮ ਜੋ ਨ ਸਕੈ ਤਿਸ। ਪੂਰੇ ਭਾਗ ਗੁਰ ਸੇਵਾ ਹੋਈ, ਨਦਰ ਕਰੇ ਤਾਂ ਸੇਵੈ ਕੋਈ। ਜਮਕਾਲ ਤਿਸ ਨੇੜ ਨ ਆਵੈ, ਮਹਿਲ ਸਚੈ ਸੁਖ ਪਾਇੰਦਾ। ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮ ਕੇ ਫਾਹਾ ਹੈ। ਇਸੇ ਲਈ ਪਰਮਾਤਮਾ ਦੇ ਸੇਵਕਾਂ ਅਥਵਾ ਸੰਤਾਂ ਭਗਤਾਂ ਦੇ ਨੇੜੇ ਜਮ ਨਹੀਂ ਜਾ ਸਕਦੇ। ਗੁਰੂ ਜੀ ਦਾ ਫਰਮਾਨ ਹੈ, ਭਗਤਾਂ ਨੂੰ ਜਮ ਜੋ ਨਾ ਸਾਕੇ, ਕਾਲ ਨਾ ਨੇੜੇ ਜਾਈ। ਪ੍ਰਭ ਚਿਤ ਆਵੇ ਤਾਂ ਕੈਸੀ ਪੀੜ, ਹਰ ਸੇਵਕ ਨਾਹੀ ਜਮ ਪੀੜ। ਸੰਤ ਜਨਾ ਕੋ ਜਮ ਜੋ ਨਾ ਸਾਕੇ, ਰੱਤੀ ਅੰਚ ਦੁਖ ਨਾ ਲਾਈ। ਜਿੱਥੇ ਹਨੇਰ ਹੁੰਦਾ ਹੈ, ਉੱਥੇ ਹੀ ਮੱਛਰ, ਠੂਏ, ਸੱਪ ਆਦਿ ਦੁਖਦਾਈ ਜੀ ਜੰਤ ਉਪਜਦੇ ਅਤੇ ਪਲਦੇ ਹਨ। ਇਹਨਾਂ ਦੀ ਹਨੇਰੀ ਦੁਨੀਆ ਵਿੱਚ ਵਿਚਰਦਿਆਂ ਹੋਇਆਂ ਇਹਨਾਂ ਦੇ ਜ਼ਹਿਰੀਲੇ ਡੰਗ ਸਹਾਰਨੇ ਹੀ ਪੈਂਦੇ ਹਨ। ਇਸੇ ਤਰ੍ਹਾਂ ਜਦ ਅਸੀਂ ਨਾਮ ਦੀ ਰੋਸ਼ਨੀ ਜਾਂ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਮਾਇਕੀ ਹਨੇਰੀ ਦੁਨੀਆ ਯਾਨੀ ਰੱਬ ਦੀ ਭੁੱਲ ਵਿੱਚ ਵਸਦੇ ਹਾਂ, ਤਾਂ ਸਾਨੂੰ ਹਨੇਰ ਰੂਪੀ ਮਾਇਕੀ ਜਮਾਂ ਨਾਲ ਵਾਹ ਪੈਂਦਾ ਹੈ ਅਤੇ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸ ਤਰ੍ਹਾਂ ਜਮਾਂ ਦੇ ਚੀਰੇ ਜਾਂ ਲੇਖੇ ਵਿੱਚ ਵਿਚਰਦਿਆਂ ਹੋਇਆਂ ਜਮਾਂ ਦੀ ਫਾਂਸੀ ਸਾਡੇ ਗਲ ਵਿੱਚ ਪੈ ਜਾਂਦੀ ਹੈ, ਜਿਸ ਕਾਰਨ ਅਸੀਂ ਜਮਾਂ ਦੇ ਠੇਂਗੇ ਜਿਉਂਦੇ ਜੀ ਅਤੇ ਮਰ ਕੇ ਵੀ ਸਹਿੰਦੇ ਰਹਿੰਦੇ ਹਾਂ। ਧਿਆਨ ਦੇਣਾ ਜੀ, ਪਰਮਾਤਮਾ ਦਾ ਸਿਮਰਨ ਨਹੀਂ ਕਰਦੇ, ਉਸ ਨੂੰ ਭੁੱਲਦੇ ਹਾਂ, ਸਾਰਾ ਦਿਨ ਵਿਸਾਰਦੇ ਹਾਂ, ਤਾਂ ਹੀ ਅਸੀਂ ਜਮਾਂ ਦੀ ਸਰਕਾਰ ਹੇਠ ਆ ਜਾਂਦੇ ਹਾਂ। ਇਸੇ ਕਾਰਨ ਅਸੀਂ ਜਿਉਂਦੇ ਜੀ ਅਤੇ ਮਰ ਕੇ ਵੀ ਜਮਾਂ ਦੇ ਠੇਂਗੇ ਸਹਿੰਦੇ ਰਹਿੰਦੇ ਹਾਂ। ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਹੁਕਮੀ ਹੀ ਜਮ ਲੱਗਦਾ, ਸੋ ਉਬਰੈ ਜਿਸ ਬਖਸ਼ੇ ਕਰਤਾ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਹੰਕਾਰਾ। ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮਨਮੁਖ ਜਮ ਮਗ ਪਾਈਆਂ, ਜਿਨਾ ਦੂਜਾ ਭਾਉ ਪਿਆਰਾ। ਜਮਪੁਰ ਬੱਦੇ ਮਾਰੀਆਂ, ਕੋ ਨਾ ਸੁਣੇ ਪਕਾਰਾ। ਸਾਡੀ ਇਸ ਤਰਸਯੋਗ ਅਦੋਗਤੀ ਤੇ ਦਰਵ ਕੇ
सानू तरस करके सानू इन्हां जमां दी सरकार दी गुलामी विचों कढण लई, इन्हां जमां दी फांसी साडे गलों लाहण लई ਅਤੇ ਮਾਇਕੀ ਕਰਮਾਂ ਦੇ ਡੰਡ ਤੋਂ ਬਚਾਉਣ ਲਈ ਬੜੇ ਸੌਖੇ ਤੇ ਤਾਕੀਦੀ ਉਪਦੇਸ਼ ਇਉਂ ਦਿੱਤੇ ਗਏ ਹਨ ਗੁਰਬਾਣੀ ਵਿੱਚ। ਸੇ ਮੁਕਤ ਪਏ ਜਿਨ ਹਰ ਤੇ ਆਇਆ ਜੀ, ਤਿੰਨ टूटी जम की फांसी, एक ऊपर जिस जन की आशा तिसकी कटिया जम की फांसा। कोट अपराध साध संग मिटै, संत कृपा ते जमते छूटै। राम नाम मन लागा, जम लजाए कर पागा। जो बोले हर हर नाम, तिन जम छड़ गया। साध संग भजिए गोपाल, गुन गावत टूटे जमजाल। सुन के जम के दूत, नाए तेरे छड़ जाए। नाम सुनत जम दूरों पा गए। सो ये हुण साडे अपने वस है कि असी मंदे मार्ग ते चल के जमा दे वस पैना है जां इलाही मार्ग दा सुख मानना है। गुरु रू प्यारी साध संगत जी, गुरमुख प्यारियां ने इस विषय ते 2 लेख लिखे हैं, 22 ਅਤੇ 23 नंबर। ये भाग दूजा 23 नंबर आप जी दे सामने पढ़िया गया सी। ये सारियां लिखतां सानू आत्मक सेध देंदियां हन, गुरबाणी दे आधार ते हन ते गुरु ग्रंथ साहिब जी महाराज नाल जोड़दियां हन। जिन्हां नू चाहीदे होण वो बार स्टाल तो प्राप्त कर सकते हैं।